आओ जी सिख इतिहास बारे जानकारी हासिल करिए। गुरु अंगद देव जी का मुੱਢਲਾ नाम की सी? उन्हां दा मुੱਢਲਾ नाम भाई लहणा जी सी। उन्हां दा जन्म 1504 ईस्वी नूं मत्ते दी सरां विखे होया, जो मुक्तसर तो लगभग 14 किलोमीटर दूर स्थित है। अगे गुरु अंगद देव जी के माता ते पिता जी का नाम: पिता जी फेरूमल जी ਅਤੇ माता ਸਵਰਾਈ जी, ਜਾਂ ਕਈ ਥਾਵਾਂ 'ਤੇ ਹੋਰ ਵੀ ਨਾਂ ਇਹਨਾਂ ਦੇ ਦਰਜ ਮਿਲਦੇ ਹਨ। ਅੱਗੇ ਗੁਰੂ ਅੰਗਦ ਦੇਵ ਜੀ ਦਾ ਬਚਪਨ ਕਿੱਥੇ ਅਤੇ ਕਿਵੇਂ ਬੀਤਿਆ? ਗੁਰੂ ਅੰਗਦ ਦੇਵ ਜੀ ਦਾ ਬਚਪਨ ਹਰੀਕੇ ਅਤੇ ਖਡੂਰ ਸਾਹਿਬ ਵਿਖੇ ਬੀਤਿਆ। ਉਹ ਬੜੇ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ, ਜੋ ਆਪਣੇ ਸਾਥੀਆਂ ਪ੍ਰਤੀ ਪ੍ਰੇਮ ਭਾਵ ਰੱਖਦੇ ਅਤੇ ਈਸ਼ਵਰ ਦੇ ਭਜਨ ਗਾਉਂਦੇ ਰਹਿੰਦੇ ਸਨ। ਅੱਗੇ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਉਮਰ ਵਿੱਚ ਹੋਇਆ? ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿੱਚ ਹੋਇਆ। ਉਹਨਾਂ ਦੀ ਪਤਨੀ ਦਾ ਨਾਮ ਬੀਬੀ ਖੀਬੀ ਜੀ ਸੀ, ਜੋ ਮੱਤੇ ਦੀ ਸਰਾਏ ਨਾਮੀ ਪਿੰਡ ਦੇ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਸੁਪੁੱਤਰੀ ਸਨ। ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਦਾ ਨਾਮ ਬੀਬੀ ਖੀਬੀ ਜੀ, ਜੋ ਦੇਵੀ ਚੰਦ ਦੀ ਸੁਪੁੱਤਰੀ ਸਨ। ਅੱਗੇ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਬਣਨ ਤੋਂ ਪਹਿਲਾਂ ਭਾਈ ਲਹਿਣਾ ਜੀ ਕਿਸ ਦੀ ਪੂਜਾ ਕਰਦੇ ਸਨ? ਉਹ ਮਾਤਾ ਦੁਰਗਾ ਦੀ ਪੂਜਾ ਕਰਦੇ ਸਨ। ਭਾਈ ਜੋਧ ਜੀ ਤੋਂ ਗੁਰਬਾਣੀ ਸੁਣ ਕੇ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਅੱਗੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਨਿਯੁਕਤ ਕੀਤਾ ਅਤੇ ਉਹਨਾਂ ਦਾ ਨਵਾਂ ਨਾਮ ਉਹਨਾਂ ਨੂੰ ਕੀ ਦਿੱਤਾ? ਉਹਨਾਂ ਦੀ ਅਨੰਤ ਸ਼ਰਧਾ ਅਤੇ ਪ੍ਰੇਮ ਭਾਵ ਨੂੰ ਦੇਖ ਕੇ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਉਹਨਾਂ ਨੂੰ ਨਿਯੁਕਤ ਕੀਤਾ ਅਤੇ ਉਹਨਾਂ ਨੂੰ ਅੰਗਦ ਨਾਂ ਦਿੱਤਾ, ਜਿਹੜਾ ਕਿ ਗੁਰੂ ਜੀ ਆਪਣਾ ਹੀ ਅੰਗ ਸਮਝਦੇ ਸਨ। ਅੱਗੇ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਉੱਤੇ ਬੈਠਣ ਦਾ ਮਹੱਤਵ ਦੱਸੋ। ਇਸ ਨਾਲ ਸਿੱਖ ਅੰਦੋਲਨ ਨੂੰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬੜੀ ਅਗਵਾਈ ਮਿਲੀ। ਗੁਰੂ ਅੰਗਦ ਦੇਵ ਜੀ ਅਤੇ ਪਿੱਛੋਂ ਹੋਰ 8 ਗੁਰੂ ਸਾਹਿਬਾਨ ਸਿੱਖ ਧਰਮ ਦਾ ਪ੍ਰਸਾਰ ਅਤੇ ਸੰਗਠਨ ਕਰਨ ਵਿੱਚ ਕਾਮਯਾਬ ਹੋਏ। ਗੁਰੂ ਅੰਗਦ ਦੇਵ ਜੀ ਕਦੋਂ ਤੋਂ ਕਦੋਂ ਤੱਕ ਗੁਰਗੱਦੀ ਉੱਤੇ ਬਿਰਾਜਮਾਨ ਰਹੇ? 1539 ਤੋਂ ਲੈ ਕੇ 1552 ਤੱਕ। ਗੁਰੂ ਅੰਗਦ ਦੇਵ ਜੀ ਦੇ ਧਾਰਮਿਕ ਕਾਰਜਾਂ ਦਾ ਕੇਂਦਰ ਕਿਹੜਾ ਸੀ? ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਜਿਹੜਾ ਧਾਰਮਿਕ ਕਾਰਜ ਸੀ ਉਹਨਾਂ ਦਾ ਕੇਂਦਰ ਸੀ। ਉਹਨਾਂ ਨੇ ਗੋਇੰਦਵਾਲ ਨਾਮੀ ਨਵੇਂ ਨਗਰ ਦੀ ਨੀਂਹ ਰੱਖੀ। ਅੱਗੇ ਕਿਸ ਗੁਰੂ ਸਾਹਿਬਾਨ ਨੇ ਲੰਡਾ ਲਿਪੀ ਦੀ ਸੁਧਾਈ ਕਰਕੇ ਇਸ ਨੂੰ ਆਧੁਨਿਕ ਗੁਰਮੁਖੀ ਲਿਪੀ ਦਾ ਰੂਪ ਦਿੱਤਾ? ਉਹਨਾਂ ਨੇ ਮਹਾਨ ਗੁਰੂ ਅੰਗਦ ਦੇਵ ਜੀ ਨੇ ਲੰਡਾ ਲਿਪੀ ਦਾ ਜਿਹੜਾ ਸੁਧਾਰ ਕੀਤਾ ਅਤੇ ਗੁਰਮੁਖੀ ਨਾਂ ਦਿੱਤਾ। ਉਹਨਾਂ ਨੇ ਇੱਕ ਬਾਲ ਬੋਧ ਤਿਆਰ ਕਰਵਾਇਆ, ਇਸ ਲਿਪੀ ਨੂੰ ਧਾਰਮਿਕ ਪਵਿੱਤਰਤਾ ਪ੍ਰਦਾਨ ਕੀਤੀ ਅਤੇ ਇਸ ਲਿਪੀ ਵਿੱਚ ਆਪਣੀ ਗੁਰਬਾਣੀ ਦੀ ਰਚਨਾ 62 ਜਾਂ 63 ਸ਼ਲੋਕ ਉਹਨਾਂ ਦੀ ਰਚਨਾ ਵੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਭਾਸ਼ਾ ਵਿੱਚ ਕੀਤੀ। ਅੱਗੇ ਗੁਰਮੁਖੀ ਲਿਪੀ ਦੇ ਪ੍ਰਚਲਨ ਦੀ ਸਿੱਖ ਪੰਥ ਦੇ ਵਿਕਾਸ ਵਿੱਚ ਮਹੱਤਤਾ ਦੱਸੋ। ਸਿੱਖਾਂ ਦੇ ਸਾਰੇ ਗ੍ਰੰਥ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਇਸ ਭਾਸ਼ਾ ਵਿੱਚ ਲਿਖੇ ਗਏ। ਪਹਿਲਾਂ
ਸੰਸਕ੍ਰਿਤ ਜਾਂ ਬ੍ਰਾਹਮਣ ਸ਼੍ਰੇਣੀ ਜਿਹੜੀ ਸੀ ਉਹ ਇਸ ਭਾਸ਼ਾ ਵਿੱਚ ਸੰਸਕ੍ਰਿਤ ਵਿੱਚ ਆਪਣੇ ਗ੍ਰੰਥ ਲਿਖਦੀ ਸੀ, ਪਰੰਤੂ ਸਿੱਖਾਂ ਨੂੰ ਇੱਕ ਸਰਲ ਭਾਸ਼ਾ ਪ੍ਰਾਪਤ ਹੋਈ। ਅੱਗੇ ਗੁਰੂ ਅੰਗਦ ਸਾਹਿਬ ਦੇ ਸਮੇਂ ਖਡੂਰ ਸਾਹਿਬ ਵਿਖੇ ਲੰਗਰ ਦਾ ਪ੍ਰਬੰਧ ਕੌਣ ਕਰਦਾ ਸੀ? ਮਾਤਾ ਖੀਵੀ ਜੀ। ਮਾਤਾ ਖੀਵੀ ਜੀ ਹਰ ਰੋਜ਼ ਖਡੂਰ ਸਾਹਿਬ ਵਿਖੇ ਲੰਗਰ ਦਾ ਪ੍ਰਬੰਧ ਕਰਦੇ ਸੀ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਸਨ। ਲੰਗਰ ਦਾ ਸਾਰਾ ਖਰਚ ਸੰਗਤਾਂ ਦੇ ਚੜਾਵੇ ਤੋਂ ਪ੍ਰਾਪਤ ਹੁੰਦਾ ਸੀ। ਅੱਗੇ ਉਦਾਸੀ ਮੱਤਾ ਮੁੱਢੀ ਕੌਣ ਸੀ? ਬਾਬੇ ਨਾਨਕ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ। ਬਾਬਾ ਸ਼੍ਰੀ ਚੰਦ ਜੀ ਉਦਾਸੀ ਮੱਤ ਦੇ ਮੁੱਢੀ ਸਨ। ਇਸ ਮੱਤ ਵਿੱਚ ਬ੍ਰਹਮਚਾਰੀਆ ਜੀਵਨ ਅਤੇ ਤਿਆਗ ਦੀ ਪਾਲਣਾ ਕਰਨ ਦੇ ਸਿਧਾਂਤ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ। ਬ੍ਰਹਮਚਾਰੀਆ ਅਤੇ ਤਿਆਗ ਦੀ ਪਾਲਣਾ। ਅੱਗੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਦੋ ਰਾਗੀ ਕਿਹੜੇ ਸਨ? ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਦੋ ਰਾਗੀ ਸੱਤਾ ਤੇ ਬਲਵੰਡ। ਸੱਤਾ ਤੇ ਬਲਵੰਡ ਸਨ, ਜਿਨ੍ਹਾਂ ਨੇ ਸੰਗਤ ਦਾ ਅਨੁਸ਼ਾਸਨ ਭੰਗ ਕੀਤਾ। ਇੱਕ ਵਾਰ ਗੁਰੂ ਸਾਹਿਬਾਨ ਨੇ ਇਹਨਾਂ ਦੋਹਾਂ ਰਾਗੀਆਂ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਅਤੇ ਸੰਗਤ ਵਿੱਚ ਸ਼ਬਦ ਕੀਰਤਨ ਦਾ ਕੰਮ ਹੋਰ ਰਾਗੀਆਂ ਨੂੰ ਸੌਂਪ ਦਿੱਤਾ ਸੀ। ਅੱਗੇ ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਕਦੋਂ ਅਤੇ ਕਿੱਥੇ ਆਇਆ? ਮੁਗਲ ਬਾਦਸ਼ਾਹ ਹਮਾਯੂ। ਮੁਗਲ ਬਾਦਸ਼ਾਹ ਹਮਾਯੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਜਾਣ ਬਾਅਦ 1540 ਈਸਵੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਵਾਸਤੇ ਖਡੂਰ ਸਾਹਿਬ ਵਿਖੇ ਪਹੁੰਚਿਆ। ਖਡੂਰ ਸਾਹਿਬ ਵਿਖੇ। ਅੱਗੇ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦਾ ਜਨਮ 1479 ਈਸਵੀ ਨੂੰ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਤੇਜਭਾਨ ਜੀ ਜੋ ਭੱਲਾ ਜਾਤੀ ਦੇ ਖੱਤਰੀ ਸਨ। ਅੱਗੇ ਗੁਰੂ ਅਮਰਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ? ਗੁਰੂ ਅਮਰਦਾਸ ਜੀ ਦਾ ਵਿਆਹ ਮਨਸਾ ਦੇਵੀ ਜਾਂ ਰਾਮ ਕੌਰ ਨਾਮੀ ਲੜਕੀ ਨਾਲ ਹੋਇਆ। ਮਨਸਾ ਦੇਵੀ ਜਾਂ ਰਾਮ ਕੌਰ ਨਾਮੀ ਲੜਕੀ ਨਾਲ ਹੋਇਆ। ਉਹਨਾਂ ਦੇ ਮੋਹਨ ਤੇ ਮੋਹਰੀ ਦੋ ਸਪੁੱਤਰ, ਦਾਨੀ ਜੀ ਤੇ ਭਾਨੀ ਜੀ ਦੋ ਸਪੁੱਤਰੀਆਂ ਸਨ। ਅੱਗੇ ਜੀ ਗੁਰੂ ਅੰਗਦ ਦੇਵ ਜੀ ਦੇ ਸ਼ਿਸ਼ ਬਣਨ ਤੋਂ ਪਹਿਲਾਂ ਅਮਰਦਾਸ ਜੀ ਕਿਸ ਮੱਤ ਦੇ ਅਨੁਯਾਈ ਸਨ? ਉਹ ਵੈਸ਼ਨਵ ਮੱਤ ਦੇ ਅਨੁਯਾਈ ਸਨ। ਵੈਸ਼ਨਵ ਮੱਤ ਦੇ ਅਨੁਯਾਈ ਸਨ ਅਤੇ ਹਰ ਸਾਲ ਗੰਗਾ ਯਾਤਰਾ 'ਤੇ ਜਾਇਆ ਕਰਦੇ ਸਨ। ਅੱਗੇ ਅਮਰਦਾਸ ਜੀ ਕਿਸ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿੱਚ ਆਏ? ਬਾਬਾ ਅਮਰਦਾਸ ਜੀ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਅਮਰਦਾਸ ਜੀ ਦੇ ਭਤੀਜੇ ਦੀ ਪਤਨੀ ਸੀ, ਦੇ ਰਾਹੀਂ ਦੂਸਰੇ ਗੁਰੂ ਸਾਹਿਬਾਨ ਜੀ ਦੇ ਸੰਪਰਕ ਵਿੱਚ ਆਏ ਅਤੇ ਉਹਨਾਂ ਦੇ ਸ਼ਰਧਾਲੂ ਬਣ ਗਏ। ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਬਣੇ? ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਅਮਰਦਾਸ ਜੀ ਬਣੇ। ਉਹਨਾਂ ਦਾ ਗੁਰੂ ਕਾਲ 1552 ਤੋਂ ਲੈ ਕੇ 1574 ਈਸਵੀ ਤੱਕ ਸੀ। 1552 ਤੋਂ 1574 ਈਸਵੀ। ਅੱਗੇ ਗੁਰਗੱਦੀ ਉੱਤੇ ਬੈਠਣ ਉਪਰੰਤ ਗੁਰੂ ਅਮਰਦਾਸ ਸਾਹਿਬ ਨੂੰ ਗੁਰਗੱਦੀ ਦੇ ਕਿਹੜੇ ਦਾਅਵੇਦਾਰਾਂ ਦੇ ਵਿਰੁੱਧ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ? ਜਦੋਂ ਗੁਰਗੱਦੀ ਉੱਤੇ ਬੈਠੇ ਨੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ, ਤਾਂ ਉਹਨਾਂ ਨੂੰ ਬਾਬਾ ਸ਼੍ਰੀ ਚੰਦ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸੀ, ਅਤੇ ਦਾਤੂ ਤੇ ਦਾਸੂ, ਜੋ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਸਨ, ਇਹਨਾਂ ਦਾ ਜਿਹੜਾ ਵਿਰੋਧ ਹੈ ਉਹਨਾਂ ਨੂੰ ਝੱਲਣਾ ਪਿਆ। ਬਾਬਾ ਸ਼੍ਰੀ ਚੰਦ ਜੀ, ਦਾਤੂ ਜੀ ਅਤੇ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦੇ ਗੱਦੀ 'ਤੇ ਬੈਠਣ 'ਤੇ ਵਿਰੋਧ ਕੀਤਾ। ਅੱਗੇ ਗੁਰੂ ਅਮਰਦਾਸ ਜੀ ਨੇ ਬਾਉਲੀ ਦੀ ਉਸਾਰੀ ਕਿੱਥੇ ਕਰਵਾਈ? ਉਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਜੋ ਬਾਉਲੀ ਹੈ ਉਸ ਦੀ ਉਸਾਰੀ ਕਰਵਾਈ ਅਤੇ
ਕੁੱਲ 84 ਪੌੜੀਆਂ ਲਗਾਈਆਂ ਗਈਆਂ। ਅੱਗੇ ਗੁਰੂ ਅਮਰਦਾਸ ਸਾਹਿਬ ਰਾਹੀਂ ਗੋਇੰਦਵਾਲ ਵਿਖੇ ਬਾਉਲੀ ਦੀ ਉਸਾਰੀ ਦਾ ਕੀ ਮਹੱਤਵ ਸੀ? ਗੋਇੰਦਵਾਲ ਸਾਹਿਬ ਵਿਖੇ ਜੋ ਗੁਰੂ ਅਮਰਦਾਸ ਜੀ ਨੇ ਬਾਉਲੀ ਦੀ ਉਸਾਰੀ ਕਰਵਾਈ, ਸਿੱਖਾਂ ਨੂੰ ਆਪਣਾ ਪਵਿੱਤਰ ਤੇ ਇੱਕ ਸੁਤੰਤਰ ਤੀਰਥ ਸਥਾਨ ਮਿਲ ਗਿਆ। ਨੰਬਰ 2, ਇਸ ਨਾਲ ਹਿੰਦੂਆਂ ਅਤੇ ਸਿੱਖਾਂ ਵਿੱਚ ਜਿਹੜਾ ਫਰਕ ਹੈ ਉਹ ਸਪਸ਼ਟ ਹੋਣ ਲੱਗ ਪਿਆ ਸੀ। ਅੱਗੇ ਮੰਜੀ ਪ੍ਰਥਾ ਦੀ ਸਥਾਪਨਾ ਕਿਉਂ ਅਤੇ ਕਿਸ ਗੁਰੂ ਸਾਹਿਬਾਨ ਨੇ ਕੀਤੀ? ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ। ਉਹਨਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਸ਼ਰਧਾਲੂ ਨੇ ਜਿਹੜੇ ਉਹ ਪ੍ਰਚਾਰ ਦੇ ਲਈ ਭੇਜੇ। ਕੁੱਲ 22 ਮੰਜੀਆਂ ਉਹਨਾਂ ਨੇ ਸਥਾਪਿਤ ਕੀਤੀਆਂ। ਅੱਗੇ ਜੀ, ਮੰਜੀ ਪ੍ਰਥਾ ਦੇ ਸਿੱਖ ਧਰਮ ਨੂੰ ਕੋਈ 2 ਲਾਭ ਜਿਹੜੇ ਹੋਏ ਉਹ ਦੱਸੋ। ਪਹਿਲਾ ਇਹ ਸੀ ਕਿ ਮੰਜੀ ਪ੍ਰਥਾ ਦੇ ਮਨਾਉਣ ਦੇ ਨਾਲ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਹੋਣ ਲੱਗ ਪਿਆ ਸੀ। ਦੂਸਰਾ ਉਹ ਇਹ ਸੀ ਕਿ ਖਜ਼ਾਨੇ ਵਿੱਚ ਕਾਫੀ ਵਾਧਾ ਹੋਇਆ, ਜਿਸ ਨਾਲ ਲੰਗਰ ਦਾ ਜਿਹੜਾ ਖਰਚਾ ਹੈ ਉਹ ਪੂਰਾ ਹੋਣ ਲੱਗ ਪਿਆ ਸੀ। ਅੱਗੇ ਗੁਰੂ ਅਮਰਦਾਸ ਜੀ ਨੇ ਕਿਹੜੀਆਂ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ? ਉਹਨਾਂ ਨੇ ਸਤੀ ਪ੍ਰਥਾ, ਪਰਦੇ ਦੀ ਪ੍ਰਥਾ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਆਦਿਕ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ। ਅੱਗੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਕਿਹੜੇ ਨਵੇਂ ਤੀਰਥ ਸਥਾਨ ਦੀ ਸਥਾਪਨਾ ਕੀਤੀ ਅਤੇ ਇਹ ਹਿੰਦੂਆਂ ਦੇ ਤੀਰਥ ਸਥਾਨ ਤੋਂ ਕਿਵੇਂ ਭਿੰਨ ਸੀ? ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦੀ ਉਸਾਰੀ ਕਰਕੇ ਸਿੱਖਾਂ ਦੇ ਇੱਕ ਨਵੇਂ ਤੀਰਥ ਸਥਾਨ ਦੀ ਸਥਾਪਨਾ ਕੀਤੀ। ਇਹ ਹਿੰਦੂਆਂ ਦੇ ਤੀਰਥ ਸਥਾਨ ਤੋਂ ਭਿੰਨ ਸੀ ਕਿਉਂਕਿ ਇਸ ਵਿੱਚ ਨਾ ਤਾਂ ਹਿੰਦੂ ਪੁਜਾਰੀ ਵਰਗ ਨੂੰ ਕੋਈ ਥਾਂ ਦਿੱਤੀ ਗਈ ਸੀ ਅਤੇ ਨਾ ਹੀ ਇੱਥੇ ਕਿਸੇ ਦੇਵੀ ਦੇਵਤੇ ਦੀ ਮੂਰਤੀ ਦੀ ਜਿਹੜੀ ਪੂਜਾ ਹੈ ਉਹ ਕੀਤੀ ਜਾਂਦੀ ਸੀ। ਅੱਗੇ ਗੁਰੂ ਅਮਰਦਾਸ ਜੀ ਨੇ ਜਨਮ, ਵਿਆਹ ਆਦਿ ਖੁਸ਼ੀ ਦੇ ਮੌਕਿਆਂ ਲਈ ਕਿਸ ਬਾਣੀ ਦੀ ਰਚਨਾ ਕੀਤੀ? ਉਹਨਾਂ ਨੇ ਆਨੰਦ ਸਾਹਿਬ ਗੁਰਬਾਣੀ ਦੀ ਰਚਨਾ ਕੀਤੀ। ਇਸ ਦੀਆਂ 40 ਪੌੜੀਆਂ ਹਨ। ਅੱਗੇ ਗੁਰੂ ਅਮਰਦਾਸ ਜੀ ਨੇ ਕਿਹੜੇ ਸੁਧਾਰ ਕੀਤੇ? ਉਹਨਾਂ ਨੇ ਜਾਤੀ ਭੇਦਭਾਵ ਅਤੇ ਛੂਤ ਛਾਤ ਦਾ ਖੰਡਨ ਕੀਤਾ। ਸਤੀ ਪ੍ਰਥਾ ਅਤੇ ਪਰਦੇ ਦੀ ਪ੍ਰਥਾ ਦਾ ਉਹਨਾਂ ਨੇ ਵਿਰੋਧ ਕੀਤਾ। ਨਸ਼ਿਆਂ ਦੀ ਨਿਖੇਧੀ ਕੀਤੀ। ਵਿਸਾਖੀ, ਦੀਵਾਲੀ ਆਦਿ ਤਿਉਹਾਰ ਮਨਾਉਣ ਦੇ ਨਵੇਂ ਢੰਗ ਪ੍ਰਚਲਿਤ ਕੀਤੇ ਅਤੇ ਮ੍ਰਿਤੂ, ਵਿਆਹ ਅਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।